ਅੱਜ ਦਾ ਦੌਰ ਉਹ ਹੈ ਜਦੋਂ ਲੋਕ ਕੋਵਿਸ਼ੀਲਡ ਵਰਗੀ ਦਵਾਈ ਵੱਲ ਨੂੰ ਭੱਜ ਰਹੇ ਨੇ। ਪਰ ਇੱਕ ਤਰਾਸਦੀ ਇਹ ਵੀ ਹੈ ਕਿ ਉਸੇ ਕੋਵਿਸ਼ੀਲਡ ਦਾ ਜਿਹੜਾ ਮਾਲਕ ਹੈ ਉਹ ਦੇਸ਼ ਛੱਡ ਕੇ ਭੱਜ ਗਿਆ। ਅੱਜ ਜਦ ਦੇਸ਼ ਨੂੰ ਲੋੜ ਹੈ, ਅੱਜ ਦੇਸ਼ ਨਾਲ ਜੇ ਖੜ ਰਿਹਾ ਹੈ ਉਹ ਮਿਡਲ ਕਲਾਸ ਤੇ ਲੋਅਰ ਕਲਾਸ ਇੱਕ ਦੂਏ ਦੀ ਬਾਹ ਫੜ ਰਿਹਾ। ਕਿਸੇ ਨੂੰ ਆਕਸੀਜਨ ਦੀ ਲੋੜ ਹੈ ਉਹਦੀ ਸੇਵਾ ਕਰ ਰਿਹਾ, ਕਿਸੇ ਨੂੰ ਲੰਗਰ ਦੀ ਲੋੜ ਹੈ ਉਹਨੂੰ ਲੰਗਰ ਖਿਲਾ ਰਿਹਾ, ਕਿਸੇ ਨੂੰ ਹੋਰ ਜ਼ਰੂਰਤ ਹੈ ਤਾਂ ਉਹਨਾਂ ਦੀ ਮਦਦ ਕਰ ਰਿਹਾ। ਪਰ ਅੱਜ ਉਹ ਜਿਨ੍ਹਾਂ ਦੇ NPA 3-3 ਲੱਖ ਕਰੋੜ ਦੇ ਕੀਤੇ ਹੋਏ ਮਾਫ ਸਰਕਾਰ ਨੇ, ਉਹ ਦੇਸ਼ ਛੱਡ ਕੇ ਭੱਜ ਗਏ। ਤੋ ਉਹ ਕੋਵਿਸ਼ੀਲਡ ਦਾ CEO ਜਿਹੜਾ ਲੰਡਨ ਜਾ ਕੇ ਬਹਿ ਗਿਆ, ਉਹ ਕਦੀ ਕਹਿੰਦਾ ਹੈ ਜੀ ਮੈਨੂੰ ਖਤਰਾ ਹੈ, ਮੈਨੂੰ ਸਟੇਟ ਦੇ CM ਜਿਹੜੇ ਹੈਗੇ ਉਹ ਪ੍ਰੈਸ਼ਰਾਈਜ਼ ਕਰ ਰਹੇ ਵੀ ਸਾਨੂੰ ਦਵਾਈ ਪਹਿਲਾਂ ਦੇ। ਵੀ ਭਾਈ ਤੈਨੂੰ Y+ ਸਿਕਿਉਰਿਟੀ ਸੀਗੀ, ਹੁਣ Z+ ਸਿਕਿਉਰਿਟੀ ਦੇਤੀ। ਹੁਣ ਕੱਲ੍ਹ ਨੂੰ ਪ੍ਰਧਾਨ ਮੰਤਰੀ ਸਾਹਿਬ ਕਹਿ ਦੇਣਗੇ ਜੀ ਕਿ 2 ਲੱਖ ਦੇ ਉੱਪਰ ਮੌਤਾਂ ਦੇਸ਼ 'ਚ ਹੋ ਗਈਆਂ, ਮੈਨੂੰ ਦੇਸ਼ ਤੋਂ ਜਾਣ 'ਚ ਖਤਰਾ, ਮੈਂ ਤਾਂ ਦੇਸ਼ ਛੱਡ ਕੇ ਭੱਜ ਚੱਲਿਆ। ਐਂ ਦੇਸ਼ ਚੱਲੂਗਾ? ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਰੋਲ ਮਾਡਲ ਕਹਿੰਦੇ ਹੋ, ਲੋਕ ਤੁਹਾਨੂੰ ਫੋਲੋ ਕਰਦੇ ਆ, ਲੋਕ ਤੁਹਾਡੀ ਫਿਲਮਾਂ ਦੇਖ ਕੇ ਤੁਹਾਨੂੰ ਇੱਕ ਆਈਡੀਅਲ ਬਣਾਉਂਦੇ ਆ ਆਪਣਾ, ਔਰ ਤੁਸੀਂ ਇਹ ਸਿੱਖਿਆ ਦੇ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਅਸੀਂ ਤਾਂ ਪਿਕਨਿਕ ਮਨਾਉਣ ਵਾਲਾ ਦੇਸ਼, ਤੁਹਾਡਾ ਤੜਫ ਕੇ ਲੋਕ ਮਾਰ ਰਹੇ ਆਕਸੀਜਨ ਦੀ ਘਾਟ ਨਾਲ, ਔਰ ਤੁਸੀਂ ਪਿਕਨਿਕ ਦੀ ਗੱਲ ਕਰ ਰਹੇ ਹੋ। ਅਮਿਤ ਸ਼ਾਹ ਜੀ ਜਿੱਥੇ ਇਲੈਕਸ਼ਨ ਕਰਾਉਣ 'ਚ ਬਿਜ਼ੀ ਰਹੇ, ਉੱਥੇ ਹੀ ਉਹਨਾਂ ਦਾ ਬੇਟਾ ਜਿਹੜਾ ਆਪਣਾ ਉਹਦਾ ਨਾਂ ਸ਼ਾਹ, ਚਲੋ ਜੋਬਨ ਦਾ ਬੇਟਾ ਹੈਗਾ ਜਿਹੜਾ, ਹਾਂ, ਤੇ ਉਹ ਜਿਹੜਾ ਜੂਨੀਅਰ ਸ਼ਾਹ ਜਿਹੜਾ ਹੈਗਾ, ਉਹ ਜਦ ਤੱਕ ਪਲੇਅਰ ਛੱਡ ਕੇ ਨਹੀਂ ਭੱਜ ਗਏ IPL ਦਾ ਮੈਚ ਕਰੋਨਾ ਦੇ ਡਰ ਤੇ, ਤਦ ਤੱਕ ਉਹ ਰੱਬ ਦੇ ਬੰਦੇ ਨੇ ਮੈਚ ਨਹੀਂ ਛੱਡਿਆ। ਜੇ ਇਹੀ ਸਰਕਾਰਾਂ ਆਪਣੀਆਂ 3-3 4-4 5-5 600 ਕਰੋੜ ਦੇ ਐਡ ਦੇ ਪਰਸਨਲ ਪਬਲਿਸਿਟੀ ਦੇ ਬਜਟ ਨੂੰ ਘੱਟ ਕਰਕੇ 50-50 ਕਰੋੜ ਵੀ ਆਪਣੇ ਸੂਬਿਆਂ 'ਚ ਲਾ ਦਿੰਦੀਆਂ, ਕਿਉਂਕਿ ਇਸ ਪਲਾਂਟ ਨੂੰ ਲਾਉਣ ਨੂੰ ਵੀ ਸਿਰਫ ਹਫ਼ਤੇ ਤੋਂ 1.5 ਹਫ਼ਤਾ ਲੱਗਦਾ, ਜ਼ਿਆਦਾ ਟਾਈਮ ਨਹੀਂ ਲੱਗਦਾ। ਵੀ ਜੇ 2 ਹਫ਼ਤੇ ਵੀ ਲਾ ਲਓ ਤੁਸੀਂ, ਜੇ 2 ਹਫ਼ਤੇ ਵੀ ਲੱਗ ਜਾਂਦਾ ਪਲਾਂਟ, ਕਿੱਥੇ ਦਸੰਬਰ ਹੈ ਤੇ ਕਿੱਥੇ ਮਈ ਆਇਆ ਖੜਾ ਹੈ। ਬੇਸ਼ੱਕ ਇਤਿਹਾਸ ਫਰੋਲ ਕੇ ਦੇਖਿਆ ਜਾਵੇ ਤਾਂ ਇੱਕ ਗੱਲ ਜ਼ਰੂਰ ਸਾਹਮਣੇ ਆਵੇਗੀ, ਚਾਹੇ ਦੇਸ਼ ਲਈ ਲੜਨ ਦੀ ਗੱਲ ਹੋਵੇ, ਦੇਸ਼ ਲਈ ਖੜਨ ਦੀ ਗੱਲ ਹੋਵੇ, ਜਾਂ ਫਿਰ ਦੇਸ਼ ਲਈ ਮਰਨ ਦੀ ਗੱਲ ਹੋਵੇ, ਹਮੇਸ਼ਾ ਜਾਂ ਤਾਂ ਗਰੀਬ ਜਾਂ ਮਿਡਲ ਕਲਾਸ ਬੰਦਾ ਹੀ ਅੱਗੇ ਆਉਂਦਾ ਰਹੇ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਪਰ ਇੱਕ ਤਬਕਾ ਉਹ ਵੀ ਹੈ ਜੋ ਸਿਰਫ ਆਪਣੇ ਮੁਨਾਫੇ ਦੇ ਲਈ ਦੇਸ਼ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਖੜਦਾ ਹੈ, ਸਿਰਫ ਮੁਨਾਫੇ ਦੇ ਲਈ, ਜਿੱਥੇ ਉਹਨੂੰ ਪੈਸਾ ਦਿਖਦਾ ਹੈ। ਅੱਜ ਦਾ ਦੌਰ ਉਹ ਹੈ ਜਦੋਂ ਲੋਕ ਕੋਵਿਸ਼ੀਲਡ ਵਰਗੀ ਦਵਾਈ ਵੱਲ ਨੂੰ ਭੱਜ ਰਹੇ ਨੇ। ਪਰ ਇੱਕ ਤਰਾਸਦੀ ਇਹ ਵੀ ਹੈ ਕਿ ਉਸੇ ਕੋਵਿਸ਼ੀਲਡ ਦਾ ਜਿਹੜਾ ਮਾਲਕ ਹੈ ਉਹ ਦੇਸ਼ ਛੱਡ ਕੇ ਭੱਜ ਗਿਆ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਡਵੋਕੇਟ ਸਤਬੀਰ ਸਿੰਘ ਵਾਲੀਆ ਜੀ। ਗੱਲਬਾਤ ਕਰਾਂਗੇ, ਸਮਾਜਿਕ ਕਾਰਕੁਨ ਵੀ ਨੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਵਾਲੀਆ ਸਾਹਿਬ, ਬਹੁਤ ਸਵਾਗਤ ਹੈ ਤੇ ਖਬਰਸਾਰ ਤੇ। ਧੰਨਵਾਦ ਜੀ। ਸਰ, ਜਿਵੇਂ ਅਸੀਂ ਸ਼ੁਰੂਆਤ ਕੀਤੀ ਹੈ, ਚਾਹੇ ਖੜਨ ਦੀ ਗੱਲ ਹੋਵੇ, ਲੜਨ ਦੀ ਗੱਲ ਹੋਵੇ, ਚਾਹੇ ਮਰਨ ਦੀ ਗੱਲ ਹੋਵੇ, ਦੇਸ਼ ਲਈ ਹਮੇਸ਼ਾ ਮਿਡਲ ਕਲਾਸ ਲੋਕ ਜਾਂ ਫਿਰ ਗਰੀਬ ਹੀ ਖੜਦਾ, ਲੜਦਾ ਤੇ ਮਰਦਾ ਆਇਆ ਹੈ। ਅਮੀਰ ਸੁਣਨ 'ਚ ਆਇਆ ਵੀ ਕਰੋਨਾ ਕਰਕੇ ਦੇਸ਼ ਛੱਡ ਕੇ ਕਈ ਭੱਜ ਵੀ ਗਏ ਨੇ। ਦੇਖੋ, ਸਭ ਤੋਂ ਪਹਿਲੀ ਐਗਜ਼ਾਮਪਲ ਦਾ ਤੁਹਾਡੇ ਸਾਹਮਣੇ ਹੀ ਅੱਜ ਜਿਹੜਾ ਕਿਸਾਨ ਮੋਰਚਾ ਲੱਗਿਆ ਹੋਇਆ ਹੈ। ਇੱਕ ਪਾਸੇ ਕਿਸਾਨ ਲੋਕ ਹਿੱਤ 'ਚ ਮੋਰਚੇ ਲਾ ਕੇ ਬੈਠਾ ਹੈ, ਦੂਏ ਪਾਸੇ ਉਹਨਾਂ ਦੇ ਪੁੱਤ ਜਿਹੜੇ ਹੈਗੇ ਆ ਉਹ ਬਾਰਡਰ ਤੇ ਖੜੇ ਹੈ ਦੇਸ਼ ਦੀ ਰੱਖਿਆ ਵਾਸਤੇ, ਔਰ ਸਰਕਾਰ ਅਮੀਰਾਂ ਦੇ ਹੱਕ 'ਚ ਖੜੀ ਜਾ ਕੇ। ਉਹੀ ਗੱਲ ਇੱਥੇ ਲਾਗੂ ਹੁੰਦੀ ਹੈ। ਸਰਕਾਰ ਨੇ ਤਕਰੀਬਨ 3 ਲੱਖ ਕਰੋੜ ਦੇ ਕਰੀਬ ਪਿਛਲੀ ਵਾਰੀ ਵੱਡੇ ਬਿਜ਼ਨਸ ਟਾਈਕੂਨਸ ਜਿਹੜੇ ਹੈਗੇ ਉਹਨਾਂ ਦਾ NPA ਮਾਫ ਕੀਤਾ। ਇਹ ਕਹਿ ਕੇ ਮਾਫ ਕੀਤਾ ਕਿ ਜੇ ਇੰਡਸਟਰੀ ਰਹੇਗੀ ਤਾਂ ਦੇਸ਼ ਬਚੇਗਾ, ਤਾਂ ਇਕਨੋਮੀ ਜਿਹੜੀ ਹੈਗੀ ਬਚੇਗੀ ਜੇ ਇੰਡਸਟਰੀ ਰਹੇਗੀ। ਤੇ 3 ਲੱਖ ਕਰੋੜ ਦੇ ਕਰੀਬ ਉਹਨਾਂ ਦਾ NPA ਮਾਫ ਕੀਤਾ। ਅੱਜ ਜਦ ਦੇਸ਼ ਨੂੰ ਲੋੜ ਹੈ, ਅੱਜ ਦੇਸ਼ ਨਾਲ ਜੇ ਖੜ ਰਿਹਾ ਹੈ ਉਹ ਮਿਡਲ ਕਲਾਸ ਤੇ ਲੋਅਰ ਕਲਾਸ ਇੱਕ ਦੂਏ ਦੀ ਬਾਹ ਫੜ ਰਿਹਾ, ਕਿਸੇ ਨੂੰ ਆਕਸੀਜਨ ਦੀ ਲੋੜ ਹੈ ਉਹਦੀ ਸੇਵਾ ਕਰ ਰਿਹਾ, ਕਿਸੇ ਨੂੰ ਲੰਗਰ ਦੀ ਲੋੜ ਹੈ ਉਹਨੂੰ ਲੰਗਰ ਖਿਲਾ ਰਿਹਾ, ਕਿਸੇ ਨੂੰ ਹੋਰ ਜ਼ਰੂਰਤ ਹੈ ਤਾਂ ਉਹਨਾਂ ਦੀ ਮਦਦ ਕਰ ਰਿਹਾ। ਪਰ ਅੱਜ ਉਹ ਜਿਨ੍ਹਾਂ ਦੇ NPA 3-3 ਲੱਖ ਕਰੋੜ ਦੇ ਕੀਤੇ ਹੋਏ ਮਾਫ ਸਰਕਾਰ ਨੇ, ਉਹ ਦੇਸ਼ ਛੱਡ ਕੇ ਭੱਜ ਗਏ। ਸਭ ਤੋਂ ਪਹਿਲਾਂ ਤਾਂ ਇੱਕ ਰਿਪੋਰਟ ਆਈ ਕਿ ਜਦੋਂ ਰਿਸਟ੍ਰਿਕਸ਼ਨ ਲੱਗਣੀਆਂ ਸ਼ੁਰੂ ਹੋਈਆਂ ਤਾਂ ਵੱਡੇ ਬਿਜ਼ਨਸ ਟਾਈਕੂਨਸ, ਕਤਰ 에ਅਰਲਾਈਨ ਦੇ ਜਿਹੜੇ ਫਾਰਮਰ ਜਿਹੜੇ CEO ਸੀਗੇ ਮਹਿਤਾ, ਉਹ ਅੱਜ ਕੱਲ੍ਹ ਕਲੱਬ 1 에ਅਰਲਾਈਨ ਦੇ ਵੀ ਹੈਗੇ ਨੇ, ਤੇ ਉਹਨਾਂ ਨੇ ਵੀ ਇਹ ਗੱਲ ਦੀ ਪੁਸ਼ਟੀ ਕੀਤੀ ਕਿ ਲਾਸਟ ਮੂਮੈਂਟ ਤੇ ਓਵਰ ਟਿਕਟਿੰਗ ਸਾਡੇ ਕੋਲ ਹੋ ਗਈ। ਮਹਿੰਗੀਆਂ ਟਿਕਟਾਂ
ਦੁੱਗਣੇ ਤੁੱਗਣੇ ਤਿੱਗਣੇ ਤਿੱਗਣੇ ਦਾਅ ਤੇ ਟਿਕਟਾਂ ਲੈ ਕੇ ਲੋਕ ਜਿਹੜੇ ਆ ਦੇਸ਼ ਛੱਡ ਕੇ ਭੱਜੇ, ਕਿਉਂਕਿ ਤੁਹਾਨੂੰ ਪਤਾ ਲੱਗ ਗਿਆ ਹੁਣ ਰਿਸਟ੍ਰਿਕਸ਼ਨ ਲੱਗ ਗਈਆਂ। ਜਦ ਨੇਪਾਲ, ਬੰਗਲਾਦੇਸ਼ ਤੇ ਪਾਕਿਸਤਾਨ ਵਰਗੀ ਕੰਟਰੀਜ਼ ਨੇ ਸਾਡੇ ਤੇ ਰਿਸਟ੍ਰਿਕਸ਼ਨ ਲਾਤੀਆਂ, ਤਾਂ ਹੁਣ ਦੂਜੀ ਕੰਟਰੀਆਂ ਨੇ ਵੀ ਲਾਈਆਂ। ਤੇ ਜਦੋਂ ਉਹਨੂੰ ਪਤਾ ਲੱਗ ਗਿਆ ਮੁੜ ਕੇ ਅਸੀਂ ਹੁਣ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ, ਦੇਸ਼ ਦੇ ਹਾਲਾਤ ਮਾੜੇ ਹੋ ਚੁੱਕੇ ਹੈ, ਤਾਂ ਉਹ ਲਾਸਟ ਮੂਮੈਂਟ ਦੇ ਭੱਜੇ। ਈਵਨ ਕਿ ਚਾਰਟਰ ਪਲੇਨ, ਪ੍ਰਾਈਵੇਟ ਪਲੇਨ ਲੈ ਕੇ ਵੀ, ਜਿਨ੍ਹਾਂ ਦੀ ਹੈਸੀਅਤ ਪੂਰਾ ਪਲੇਨ ਨਹੀਂ ਹਾਇਰ ਕਰਨ ਦੀ ਸੀਗੀ, ਉਹ 2-2 3-3 ਫੈਮਿਲੀਜ਼ ਇਕੱਠੀਆਂ ਕਰਕੇ ਇਕੱਠੇ ਹੋ ਕੇ ਪਲੇਨ ਲੈ ਕੇ ਭੱਜੇ। ਲਾਸਟ ਮੂਮੈਂਟ ਦੇ ਕਹਿੰਦੇ ਜ਼ਿਆਦਾਤਰ ਲੋਕ ਜਿਹੜੇ ਦੁਬਈ, UK, ਲੰਡਨ, ਮਾਲਦੀਵ ਇੱਥੇ ਭੱਜੇ। ਕਿਉਂ? ਉਹਨਾਂ ਨੂੰ ਕਿਉਂ? ਜਾਂ ਤਾਂ ਇਹ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਵਾਸਤੇ ਉਹ ਇਨਫਰਾਸਟ੍ਰਕਚਰ ਨਹੀਂ ਸੀਗਾ, ਜਾਂ ਉਹ ਹੈਲਥ ਸਿਸਟਮ ਸਰਕਾਰ ਨੇ ਉਹਨਾਂ ਨੂੰ ਨਹੀਂ ਦਿੱਤਾ। ਪਰ ਅੱਜ ਲੋੜ ਸੀਗੀ ਉਹਨਾਂ ਨੂੰ ਵੀ ਹੱਥ ਫੜਨ ਦੀ, ਗਰੀਬ ਤੇ ਉਹ ਮਿਡਲ ਕਲਾਸ ਦੀ, ਉਹਨਾਂ ਦੇ ਉਹ ਪੈਸੇ ਦੀ, ਜਿਨ੍ਹਾਂ ਦੇ ਕਰਕੇ ਉਹ ਐਸ਼ੋ ਆਰਾਮ ਕਰ ਰਹੇ ਨੇ, ਜਿਹੜੇ ਪੈਸੇ ਨੂੰ ਲੈ ਕੇ ਆਪਣੀ ਲਾਈਫ, ਆਪਣੀ ਜਾਨ ਬਚਾਉਣ ਵਾਸਤੇ ਭੱਜੇ ਆ। ਉਹ ਪੈਸਾ ਜੋ ਲੋਕਾਂ ਤੋਂ ਹੀ ਕਮਾਇਆ ਉਹਨਾਂ ਨੇ, ਉਹ ਅੱਜ ਲੋੜ ਸੀ ਵੀ ਅੱਜ ਲੋਕਾਂ ਨੂੰ ਲੋੜ ਹੈਗੀ ਹੈ। ਅਸੀਂ ਗੱਲ ਕਰ ਰਹੇ ਸੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਜਿਹੜੇ CEO ਨੇ ਪੂਨਾਵਾਲਾ ਮੇਰੇ ਖਿਆਲ ਦੇ ਵਿੱਚ, ਤੇ ਉਹ ਵੀ ਅੱਜ ਲੋਕ ਉਹਨਾਂ ਦੀ ਦਵਾਈ ਦੇ ਪਿੱਛੇ ਭੱਜ ਰਹੇ ਨੇ ਤੇ ਉਹ ਦੇਸ਼ ਛੱਡ ਕੇ ਭੱਜ ਗਏ, ਕਹਿੰਦੇ ਮੇਰੀ ਜਾਨ ਨੂੰ ਖਤਰਾ ਹੈ। ਦੇਖੋ ਬੜੀ ਅਨਫੋਰਚੂਨੇਟ ਗੱਲ ਹੈ ਕਿ ਸੀਰਮ ਇੰਸਟੀਚਿਊਟ ਦੇ ਜੋ CEO ਨੇ ਬਿਆਨ ਦਿੱਤਾ ਲੰਡਨ 'ਚ ਬੈਠ ਕੇ, ਉਹ ਬੜਾ ਮੈਨੂੰ ਬੇਤੁਕਾ ਜਿਹਾ ਬਿਆਨ ਲੱਗਿਆ। ਉਹਨੇ 2-3 ਥਿਊਰੀਜ਼ ਤੇ ਗੱਲ ਕੀਤੀ। ਕੋਵਿਡ ਸ਼ੀਲਡ ਜਿਹੜੀ ਦਵਾਈ ਹੈਗੀ ਹੈ, ਜਿਹੜੀ ਅਸੀਂ ਲਵਾ ਰਹੇ ਹਾਂ, ਉਹ ਉਸੇ ਇੰਸਟੀਚਿਊਟ ਬਣਦੀ ਹੈ। ਸਾਡੇ ਮਾਨਨੀय ਪ੍ਰਧਾਨ ਮੰਤਰੀ ਵੀ ਜਾ ਕੇ ਉਸ ਇੰਸਟੀਚਿਊਟ 'ਚੋਂ ਦਵਾਈ ਚੈੱਕ ਕਰਕੇ ਆਏ ਸੀਗੇ, ਗੇੜਾ ਮਾਰ ਕੇ ਆਏ ਸੀਗੇ, ਸੋ ਤੁਹਾਨੂੰ ਯਾਦ ਹੋਏਗਾ। ਪਰ ਮੈਂ ਤੁਹਾਡੇ ਚੈਨਲ ਦੇ ਥਰੂ ਪਹਿਲਾਂ ਇਹ ਬੇਨਤੀ ਕਰੂੰਗਾ ਕਿ ਉਹ ਸਾਡੀ ਲਾਈਫ ਸੇਵਿੰਗ ਡਰੱਗ ਹੈ, ਤੇ ਵੱਧ ਤੋਂ ਵੱਧ ਬੰਦੇ ਰਜਿਸਟਰ ਕਰਾ ਕੇ ਕੋਵਿਡ ਸ਼ੀਲਡ, ਕੋਵੈਕਸੀਨ ਜਿਹੜੀਆਂ ਇਹ ਲਵਾਉਣ, ਕਿਉਂਕਿ ਇਹੀ ਉਮੀਦ ਸਾਡੇ ਕੋਲ ਆਖਰੀ ਬਾਕੀ ਹੈ, ਸਰਕਾਰਾਂ ਦਾ ਫੇਲ ਹੋ ਚੁੱਕੀਆਂ। ਤਾਂ ਉਹ ਕੋਵਿਡ ਸ਼ੀਲਡ ਦਾ CEO ਜਿਹੜਾ ਲੰਡਨ ਜਾ ਕੇ ਬਹਿ ਗਿਆ, ਉਹ ਕਦੀ ਕਹਿੰਦਾ ਹੈ ਜੀ ਮੈਨੂੰ ਖਤਰਾ ਹੈ, ਮੈਨੂੰ ਸਟੇਟ ਦੇ CMs ਜਿਹੜੇ ਹੈਗੇ ਉਹ ਪ੍ਰੈਸ਼ਰਾਈਜ਼ ਕਰ ਰਹੇ ਵੀ ਸਾਨੂੰ ਦਵਾਈ ਪਹਿਲਾਂ ਦੇ, ਵੀ ਭਾਈ ਤੈਨੂੰ Y+ ਸਿਕਿਉਰਿਟੀ ਸੀਗੀ, ਹੁਣ Z+ ਸਿਕਿਉਰਿਟੀ ਦੇਤੀ। ਹੁਣ ਕੱਲ੍ਹ ਨੂੰ ਪ੍ਰਧਾਨ ਮੰਤਰੀ ਸਾਹਿਬ ਕਹਿ ਦੇਣਗੇ ਜੀ ਕਿ 2 ਲੱਖ ਦੇ ਉੱਪਰ ਮੌਤਾਂ ਦੇਸ਼ 'ਚ ਹੋ ਗਈਆਂ, ਮੈਨੂੰ ਦੇਸ਼ ਤੋਂ ਜਾਣ 'ਚ ਖਤਰਾ, ਮੈਂ ਤਾਂ ਦੇਸ਼ ਛੱਡ ਕੇ ਭੱਜ ਚੱਲਿਆ, ਐਂ ਦੇਸ਼ ਚੱਲੂਗਾ? ਹੁਣ ਜਿਹੜੇ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਦੇਸ਼ 'ਚ ਵੈਕਸੀਨ ਬਣਾਉਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ, ਉਹੀ ਬੰਦਾ ਭੱਜ ਗਿਆ। ਫਿਰ ਕਦੀ ਕਹਿੰਦਾ ਹੈ ਜੀ ਮੈਂ ਆਪਣੀ ਇੱਥੇ ਇੰਡਸਟਰੀ ਲਾ ਕੇ ਪ੍ਰੋਡਕਸ਼ਨ ਵਧਾਉਣੀ ਹੈ, ਜਦ ਕਿ ਨਵੰਬਰ ਦਸੰਬਰ 'ਚ ਉਹਨੇ 3000 ਕਰੋੜ ਦੀ ਡਿਮਾਂਡ ਸਰਕਾਰ ਤੋਂ ਕੀਤੀ, ਮੇਰੇ ਕੋਲ ਪੈਸਾ ਨਹੀਂ ਹੈਗਾ ਵੀ ਮੈਨੂੰ ਪੈਸੇ ਦਿੱਤੇ ਜਾਣ ਕਿਉਂਕਿ ਹੋਰ ਪ੍ਰੋਡਕਸ਼ਨ ਵਾਸਤੇ, ਤਾਂ ਉਹ ਪ੍ਰੋਡਕਸ਼ਨ ਉੱਥੇ ਕਿਵੇਂ ਲਾਉਣ ਚਲਾ ਗਿਆ। ਹੁਣ ਕੀ ਬਿਜਲੀ ਕਹਾਣੀ ਹੈ, ਕੀ ਝੋਲ ਹੈ, ਇਹ ਨਹੀਂ ਪਤਾ। ਪਰ ਮੈਂ ਤਾਂ ਸਰਕਾਰ ਨੂੰ ਬੇਨਤੀ ਕਰੂੰਗਾ, ਐਸੇ ਲੋਕਾਂ ਦੀ ਸਾਨੂੰ ਬਿਲਕੁਲ ਲੋੜ ਨਹੀਂ। ਤੁਸੀਂ ਉਹਦੀ ਪੂਰੀ ਦੀ ਪੂਰੀ ਇੰਡਸਟਰੀ ਨੂੰ ਟੇਕ ਓਵਰ ਕਰੋ, ਟੇਕ ਓਵਰ ਕਰਕੇ ਸਰਕਾਰੀ ਅਦਾਰੇ ਦੇ ਅੰਦਰ ਲੈ ਕੇ ਤੁਸੀਂ ਮੈਕਸਿਮਮ ਵੈਕਸੀਨ ਦੀ ਪ੍ਰੋਡਕਸ਼ਨ ਵਧਾ ਕੇ ਲੋਕਾਂ ਤੱਕ ਪਹੁੰਚਾਓ। ਕਿਉਂਕਿ ਐਸੇ ਲੋਕ, ਮੈਨੂੰ ਲੱਗਦਾ ਅੱਜ ਜਿਵੇਂ ਬਾਰ-ਬਾਰ ਕਿਤੇ ਸਿਲੰਡਰ ਫੜੇ ਜਾ ਰਹੇ, ਕਿਤੇ ਕੁਝ ਫੜਿਆ ਜਾ ਰਿਹਾ ਹੈ, ਤਾਂ ਕਿਹਾ ਜਾ ਰਿਹਾ ਕਿ ਜੀ ਇਹ ਬਲੈਕ ਮਾਰਕੀਟਿੰਗ ਹੋ ਰਹੀ ਹੈ, ਲੋਕੀ ਓਵਰ ਚਾਰਜਿਸ ਕਰਕੇ ਲੋਕਾਂ ਤੋਂ ਪੈਸੇ ਕਰ ਰਹੇ ਹੈ। ਤਾਂ ਮੈਂ ਵੀ ਇਹਨੂੰ ਸੀਰਮ ਇੰਸਟੀਚਿਊਟ ਦੇ CEO ਨੂੰ ਇੱਕ ਤਰ੍ਹਾਂ ਦੇ ਬਲੈਕ ਮਾਰਕੀਟਿੰਗ ਕਰਨ ਵਾਲਾ ਬੰਦਾ ਸਮਝੂੰਗਾ ਕਿ ਜਿਹੜਾ ਅੱਜ ਲੰਡਨ 'ਚ ਬੈਠ ਕੇ ਸਾਡੀ ਸਰਕਾਰ ਨੂੰ ਇਸ ਔਖੀ ਘੜੀ 'ਚ ਖੜਨ ਦੀ ਬਜਾਏ ਬਲੈਕ ਮੇਲਿੰਗ ਕਰਨ ਲੱਗਿਆ ਹੋਇਆ। ਹੋਰ ਕਿਹੜੇ ਵੱਡੇ ਨਾਮ ਨੇ ਜਿਹੜੇ ਕਿ ਦੇਸ਼ ਛੱਡ ਕੇ ਜਾ ਚੁੱਕੇ ਨੇ? ਮੈਂ ਤਾਂ ਇਹੀ ਕਹਾਂਗਾ ਔਖੀ ਘੜੀ 'ਚ ਭੱਜ ਚੁੱਕੇ ਨੇ। ਹੋ ਸਕਦਾ ਹੈ ਕਿ ਉਹਨਾਂ ਨੂੰ ਹਾਲਾਤਾਂ ਦਾ ਪਤਾ ਹੋਵੇ, ਜਾਂ ਜਿਹੜਾ CEO ਹੈ ਸੀਰਮ ਇੰਸਟੀਚਿਊਟ ਦਾ, ਹੋ ਸਕਦਾ ਉਹਨੂੰ ਪਤਾ ਹੋਵੇ ਸਾਡਾ ਹੈਲਥ ਸਿਸਟਮ ਕਿੱਦਾਂ ਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਤੀਜੇ ਨਿਕਲ ਸਕਦੇ ਨੇ, ਤਾਂ ਕਰਕੇ ਗਿਆ ਹੋਵੇ ਉਹ। ਦੇਖੋ ਜੀ, ਜੇ ਦੇਸ਼ ਦੇ ਬਾਰਡਰ ਤੇ ਬੈਠਾ ਇੱਕ ਫੌਜੀ ਇਹ ਸੋਚ ਲੇ ਕਿ ਜੀ ਸਾਹਮਣੇ ਤੇ ਮੈਂ ਇਕੱਲਾ ਤੇ ਸਾਹਮਣੇ ਤੇ 4 ਬੰਦੇ ਤੇ ਫਾਇਰਿੰਗ ਕਰਨ ਲੱਗੇ ਹੋਏ ਮੇਰੇ ਤੇ, ਵੀ ਜੇ ਕਿਤੇ ਮੇਰੇ ਗੋਲੀ ਲੱਗ ਗਈ ਮੈਂ ਕਿਤੇ ਮਰ ਨਾ ਜਾਵਾਂ, ਇਹ ਸੋਚ ਕੇ ਬਾਰਡਰ ਛੱਡ ਕੇ ਭੱਜ ਦੇਵੇ, ਇਹ ਤਾਂ ਕਦੀ ਹੋ ਨਹੀਂ ਸਕਦਾ ਨਾ। ਸਾਡਾ ਜਵਾਨ ਵੀ ਉੱਥੇ ਖੜਾ ਨਾ, ਚਾਹੇ ਸਾਹਮਣੇ 10 ਜਣੇ ਹੋਣ ਤੇ ਇਕੱਲਾ ਜਵਾਨ ਵੀ ਹੁੰਦਾ, ਉਹ ਚਾਹੇ ਸ਼ਹੀਦ ਹੋ ਜੇ ਪਰ ਉਹ 10 ਚੋਂ 4 ਨੂੰ ਗੇਰ ਕੇ ਅੱਗੇ ਆਉਂਦਾ ਤੇ ਆਪਣੇ ਬਾਰਡਰ ਦੀ ਰੱਖਿਆ ਵਾਸਤੇ ਖੜਾ ਰਹਿੰਦਾ। ਤੇ ਅੱਜ ਕੋਵਿਡ ਸ਼ੀਲਡ ਪੂਰੇ ਦੇਸ਼ ਨੂੰ ਲੱਗ ਰਹੀ ਹੈ, ਅੱਜ ਇਹਦੀ ਜ਼ਿੰਮੇਵਾਰੀ ਬਣਦੀ ਹੈ, ਚਾਹੇ ਇਹਨੂੰ ਕਰੋਨਾ ਹੋ ਜੇ, ਚਾਹੇ ਕੁਝ ਹੋ ਜੇ, ਚਾਹੇ ਇਹਨੂੰ ਜੋ ਮਰਜ਼ੀ ਹੋਵੇ, ਸਰਕਾਰ ਇਹਨੂੰ ਜਦ ਹਰ ਮਦਦ, ਹਰ ਚੀਜ਼ ਪ੍ਰੋਵਾਈਡ ਕਰਨ ਦੀ ਗੱਲ ਕਰ ਰਹੀ ਹੈ, ਤਾਂ ਇਹ ਕਿਉਂ ਭੱਜਿਆ? ਅੱਜ ਇਹ ਸਿਰਫ ਆਪਣੀ ਜੇ ਭੱਜਿਆ ਜਾਨ ਦੇ ਕਰਕੇ ਭੱਜਿਆ ਨਾ, ਕਿ ਸ਼ਾਇਦ ਮੈਨੂੰ ਕੁਝ ਹੋ ਨਾ ਜਾਵੇ, ਤੇ ਇਸ ਕਰਕੇ ਭੱਜਿਆ ਨਾ ਇਹ। ਤਾਂ ਇਹਨੂੰ ਭੱਜਣ ਦੀ ਕੀ ਲੋੜ ਹੈ? ਜੇ ਮੈਂ ਕਹਿੰਦਾ ਕੁਝ ਹੋ ਵੀ ਜਾਵੇ ਤਾਂ ਇਹਦਾ ਲਿਸਟ ਘੱਟੋ ਘੱਟ ਸ਼ਹੀਦਾਂ ਦੀ ਲਿਸਟ 'ਤੇ ਨਾਮ ਆਊਗਾ ਨਾ, ਕਿਉਂਕਿ ਪੂਰੇ ਦੇਸ਼ ਦੀ ਉਹ ਦਵਾਈ ਦਾ ਦਾਰੋਮਦਾਰੀ ਦੇ ਸਿਰ ਤੇ ਖੜਾ ਹੈ। ਤਾਂ ਮੈਂ ਫੇਰ ਕਹੂੰਗਾ ਇਹਦਾ ਭੱਜਣਾ ਇੱਕ ਬਲੈਕਮੇਲਿੰਗ, ਮੈਂ ਕਹੂੰਗਾ ਦੇਸ਼ ਨੂੰ ਔਰ ਸਰਕਾਰ ਨੂੰ ਬਲੈਕਮੇਲ ਕਰਨ ਦਾ ਇੱਕ ਇਹਨੇ ਸਿਸਟਮ ਕ੍ਰੀਏਟ ਕੀਤਾ, ਹੋਰ ਕੋਈ ਨਹੀਂ ਹੈਗਾ। ਬਾਕੀ ਰਹੀ ਗੱਲ ਹੋਰਾਂ ਦੇ ਭੱਜਣ ਦੀ, ਕੁਝ ਬਾਲੀਵੁੱਡ ਹਸਤੀਆਂ ਵੀ ਭੱਜੀਆਂ, ਜਿਵੇਂ ਮੇਰੇ ਕੋਲ ਆਇਆ ਇਹ ਰਣਬੀਰ ਕਪੂਰ, ਆਲਿਆ ਭੱਟ, ਟਾਈਗਰ ਸ਼ਰੋਫ, ਦਿਸ਼ਾ ਤੇ ਹੋਰ ਇਹੋ ਜਿਹੇ ਕਈ ਬਾਲੀਵੁੱਡ ਹਸਤੀਆਂ ਲਾਸਟ ਮੂਮੈਂਟ ਤੇ ਮਾਲਦੀਵ ਗਈਆਂ ਤੇ ਕਹਿ ਰਹੇ ਕਿ ਅਸੀਂ ਪਿਕਨਿਕ ਮਨਾਉਣ ਗਏ ਹਾਂ। ਦੇਸ਼ ਮਰ ਰਿਹਾ, ਤੁਹਾਡੇ ਮਿਲੀਅਨਸ ਆਫ ਵਿਊਅਰਸ ਜਿਹੜੇ ਹੈਗੇ ਆ ਇਸ ਦੇਸ਼ ਦੇ ਲੋਕ ਨੇ,
ਤੇ ਤੁਸੀਂ ਇਹ ਕਹਿ ਰਹੇ ਹੋ ਅਸੀਂ ਉੱਥੇ ਪਿਕਨਿਕ ਮਨਾਉਣ ਗਏ, ਵਕੇਸ਼ਨਸ ਜਿਹੜੀਆਂ ਇੰਜੋਏ ਕਰਨ ਗਏ ਆ, ਵੀ ਇਹ ਕਿਵੇਂ ਹੋ ਸਕਦਾ ਹੈ? ਵੀ ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਰੋਲ ਮਾਡਲ ਕਹਿੰਦੇ ਹੋ, ਲੋਕ ਤੁਹਾਨੂੰ ਫੋਲੋ ਕਰਦੇ ਆ, ਲੋਕ ਤੁਹਾਡੀ ਫਿਲਮਾਂ ਦੇਖ ਕੇ ਤੁਹਾਨੂੰ ਇੱਕ ਆਈਡੀਅਲ ਬਣਾਉਂਦੇ ਆ ਆਪਣਾ, ਔਰ ਤੁਸੀਂ ਇਹ ਸਿੱਖਿਆ ਦੇ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਅਸੀਂ ਤਾਂ ਪਿਕਨਿਕ ਮਨਾਉਣ ਵਾਲਾ ਦੇਸ਼, ਤੁਹਾਡਾ ਤੜਫ ਕੇ ਲੋਕ ਮਰ ਰਹੇ ਆਕਸੀਜਨ ਦੀ ਘਾਟ ਨਾਲ, ਔਰ ਤੁਸੀਂ ਪਿਕਨਿਕ ਦੀ ਗੱਲ ਕਰ ਰਹੇ ਹੋ। ਇਹੀ ਤਰਾਸਦੀ ਹੈ ਨਾ, ਇਸ ਕਰਕੇ ਮੇਰੇ ਖਿਆਲ ਦੀ ਵੀ ਜਿਹੜੇ ਸਾਡੇ ਰੋਲ ਮਾਡਲ ਨੇ ਨਾ, ਉਹ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ, ਤੁਸੀਂ ਸ਼ਾਇਦ ਮੇਰੇ ਨਾਲ ਸਹਿਮਤ ਹੋਵੋ ਕਿ ਆਰਮੀ ਵਾਲੇ ਜਿਹੜੇ ਸਾਡੇ ਜਵਾਨ ਨੇ ਉਹਨਾਂ ਨੂੰ ਬਣਾਉਣਾ ਚਾਹੀਦਾ ਹੈ। ਸਾਡੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ, ਉਹ ਸਾਡੇ ਰੋਲ ਮਾਡਲ ਹੋਣੇ ਚਾਹੀਦੇ ਨੇ, ਨਾ ਕਿ ਅਜਿਹੇ ਲੋਕ ਵੀ ਜਿਨ੍ਹਾਂ ਨੂੰ ਜਦੋਂ ਲੋੜ ਪੈਂਦੀ ਹੈ ਦੇਸ਼ ਨੂੰ ਉਦੋਂ ਉਹ ਪਿੱਠ ਦਿਖਾ ਕੇ ਭੱਜ ਜਾਂਦੇ ਨੇ। ਭਾਈ ਤੁਹਾਡੇ ਕੋਈ ਖਿਆਲ 'ਚ ਹੈਗਾ? ਮੇਰੇ ਕੋਈ ਖਿਆਲ 'ਚ ਨਹੀਂ ਕੋਈ ਵੱਡਾ ਕੋਈ ਲੀਡਰ ਹੋਵੇ, ਬਿਜ਼ਨਸਮੈਨ ਹੋਵੇ ਜਿਹਨੇ ਆਪਣਾ ਬੇਟਾ ਆਰਮੀ 'ਚ ਭੇਜਿਆ ਹੋਵੇ। ਦੇਖੋ ਜੀ, ਆਰਮੀ 'ਚ ਕੋਈ ਭੇਜਿਆ ਹੋਵੇ ਵੱਡਾ ਬਿਜ਼ਨਸਮੈਨ ਲੀਡਰ, ਉਹ ਤਾਂ ਮੈਨੂੰ ਯਾਦ ਨਹੀਂ ਕਿਤੇ ਆ ਰਿਹਾ। ਹਾਂ, ਇੱਕ ਗ੍ਰਹਿ ਮੰਤਰੀ ਨੇ ਆਪਣਾ ਮੁੰਡਾ ਬਿਜ਼ਨਸਮੈਨ ਬਣਾ ਕੇ ਇਸ ਕੋਵਿਡ ਕਾਲ 'ਚ ਪ੍ਰੋਫਿਟ ਕਮਾਉਂਦਾ ਮੈਂ ਜ਼ਰੂਰ ਦੇਖਿਆ। ਅਮਿਤ ਸ਼ਾਹ ਜੀ ਜਿੱਥੇ ਇਲੈਕਸ਼ਨ ਕਰਾਉਣ 'ਚ ਬਿਜ਼ੀ ਰਹੇ, ਉੱਥੇ ਹੀ ਉਹਨਾਂ ਦਾ ਬੇਟਾ ਜਿਹੜਾ ਆਪਣਾ, ਉਹਦਾ ਨਾਂ ਸ਼ਾਹ, ਚਲੋ ਜੋਬਨ ਦਾ ਬੇਟਾ ਹੈਗਾ ਜਿਹੜਾ, ਹਾਂ, ਤੇ ਉਹ ਜਿਹੜਾ ਜੂਨੀਅਰ ਸ਼ਾਹ ਜਿਹੜਾ ਹੈਗਾ, ਉਹ ਜਦ ਤੱਕ ਪਲੇਅਰ ਛੱਡ ਕੇ ਨਹੀਂ ਭੱਜ ਗਏ IPL ਦਾ ਮੈਚ, ਕਰੋਨਾ ਦੇ ਡਰ ਤੇ, ਤਦ ਤੱਕ ਉਹ ਰੱਬ ਦੇ ਬੰਦੇ ਨੇ ਮੈਚ ਨਹੀਂ ਛੱਡਿਆ। ਦੇਸ਼ 'ਚ 2 ਲੱਖ ਦੇ ਉੱਤੇ ਮੌਤਾਂ ਹੋ ਗਈਆਂ, ਔਰ ਜੂਨੀਅਰ ਸ਼ਾਹ ਜੀ ਆਪਣੇ IPL 'ਚ ਫਸੇ ਹੋਏ ਸੀਗੇ, IPL ਕਰਾਉਣ 'ਚ ਉਲਝੇ ਹੋਏ ਸੀਗੇ। ਉਹਨਾਂ ਨੂੰ ਕੋਈ ਫਿਕਰ ਨਹੀਂ ਸੀਗਾ ਵੀ ਦੇਸ਼ ਦੇ ਹਾਲਾਤ ਕੀ ਨੇ, ਦੇਸ਼ ਕੀ ਮੌਤ ਦਾ ਖੇਲ, ਮੈਂ ਕਹੂੰਗਾ ਇਹਨੂੰ ਕਿ ਮੌਤ ਦਾ ਖੇਲ ਚੱਲ ਰਿਹਾ ਹੈ। ਸੋ ਇਹੋ ਜਿਹੀ ਉਦਾਹਰਨਾਂ ਤੁਹਾਨੂੰ ਜ਼ਰੂਰ ਮਿਲਣਗੀਆਂ ਕਿ ਪੋਲੀਟੀਸ਼ੀਅਨਾਂ ਦੇ ਮੁੰਡੇ ਇਸ ਮੌਤ ਦੇ ਖੇਲ 'ਚ, ਇਸ ਜਿੱਥੇ ਦੇਸ਼ ਦੇ ਦੁਨੀਆ ਮਤਲਬ ਦੇਸ਼ ਦੇ ਲੋਕ ਆਕਸੀਜਨ ਦੇ ਬਿਨਾਂ ਮਰ ਰਹੇ ਹੈ, ਦਵਾਈਆਂ ਤੋਂ ਬਿਨਾਂ ਮਰ ਰਹੇ ਹੈ, ਤੇ ਉੱਥੇ ਉਹਨਾਂ ਦੇ ਨਾਲ ਹੱਥ ਫੜ ਕੇ ਖੜਨ ਦੀ ਬਜਾਏ ਆਪਣੇ ਉੱਥੇ ਵੀ ਬਿਜ਼ਨਸ ਜਿਹੜੇ ਹੈ, ਇੰਟਰਸਟ ਹੈ, ਪੈਸੇ ਦਾ ਇੰਟਰਸਟ ਜਿਹੜਾ ਉਹ ਸਾਹਮਣੇ ਰੱਖਦੇ, ਉਹ ਜ਼ਰੂਰ ਉਦਾਹਰਨ ਤੁਹਾਡੇ ਸਾਹਮਣੇ ਹੈ। ਬਿਲਕੁਲ ਇਦਾਂ ਦੀਆਂ ਬਹੁਤ ਨੇ। ਤੁਸੀਂ ਜੈ ਸ਼ਾਹ ਦੀ ਤੁਸੀਂ ਗੱਲ ਕਰ ਰਹੇ ਸੀ, ਤੇ ਅੱਛਾ ਸਰਕਾਰਾਂ ਦਾ ਤੁਸੀਂ ਜਿਹੜਾ ਵੱਖ-ਵੱਖ ਸੂਬਾ ਸਰਕਾਰਾਂ ਦੀ ਗੱਲ ਕਰਾਂਗੇ, ਕਿਉਂਕਿ ਤੁਸੀਂ ਖੁਦ ਗੱਲ ਕੀਤੀ ਹੈ ਵੀ ਕਿ ਬਲੈਕ ਮਾਰਕੀਟਿੰਗ ਬਹੁਤ ਜ਼ਿਆਦਾ ਹੋ ਰਹੀ ਹੈ। ਚਾਹੇ ਤੁਸੀਂ ਹੁਣ ਅਸੀਂ ਸੀਰਮ ਇੰਸਟੀਚਿਊਟ ਤੇ CEO ਦੀ ਵੀ ਗੱਲ ਕੀਤੀ ਹੈ ਵੀ ਜੋ ਭੱਜਿਆ ਵੀ ਹੈ ਉਹ ਕਿਤੇ ਨਾ ਕਿਤੇ ਸਰਕਾਰ ਨੂੰ, ਲੋਕਾਂ ਨੂੰ ਬਲੈਕਮੇਲ ਕਰ ਰਿਹਾ ਹੈ, ਤੇ ਆਕਸੀਜਨ ਦੀ ਬਲੈਕ ਮਾਰਕੀਟਿੰਗ ਬਹੁਤ ਹੋ ਰਹੀ ਹੈ। ਇੱਕ ਸਿਲੰਡਰ ਜਿਹੜਾ 1 ਟਨ ਦਾ ਜਿਹੜਾ ਲੱਖ ਰੁਪਏ ਦੀ ਪਰਚੇਜ਼ ਪੈਂਦੀ ਸੀ ਆਲਮੋਸਟ ਅਪਰੋਕਸੀਮੇਟ, ਉਹ 3.5 ਲੱਖ ਨੂੰ ਬਲੈਕ ਦੇ ਵਿੱਚ ਵੇਚਿਆ ਜਾ ਰਿਹਾ ਹੈ। ਤੁਹਾਨੂੰ ਲੱਗਦਾ ਵੀ ਸਰਕਾਰਾਂ ਦੀ ਨਾਕਾਮੀ ਹੈਗੀ? ਜਿੰਨਾ ਪੈਸਾ ਸਰਕਾਰਾਂ ਨੇ ਆਪਣੇ ਇਸ਼ਤਿਹਾਰਾਂ ਨੂੰ ਲਾਇਆ ਹੈ, ਜੇ ਉਨਾ ਪੈਸਾ ਇਹ ਲੋਕਾਂ ਦੀ ਸੇਵਾ ਨੂੰ ਜਾਂ ਫਿਰ ਹਸਪਤਾਲਾਂ 'ਚ ਲਾਉਂਦੇ ਤਾਂ ਸ਼ਾਇਦ ਅੱਜ ਤਸਵੀਰ ਥੋੜ੍ਹੀ ਬਿਹਤਰ ਹੋ ਸਕਦੀ ਸੀ। ਦੇਖੋ, ਅੱਜ ਸਾਡੇ ਦੇਸ਼ ਦਾ ਜਿਹੜਾ 2 ਲੱਖ ਤੋਂ ਉੱਤੇ ਵਸਿੰਦੇ ਸਾਡੇ ਜਿਹੜੇ ਨਾਗਰਿਕ ਜਿਹੜੇ ਹੈ ਮਰੇ ਨੇ ਕੋਵਿਡ ਕਰਕੇ, ਉਹ ਇੱਕ ਮੌਤ ਦੀ ਜ਼ਿੰਮੇਵਾਰ ਸਰਕਾਰ ਹੈ, ਚਾਹੇ ਉਹ ਸਟੇਟ ਸਰਕਾਰ ਹੈ ਚਾਹੇ ਸੈਂਟਰ ਸਰਕਾਰ ਹੈ। ਜਿਵੇਂ ਤੁਸੀਂ ਵੀ ਕਿਹਾ, ਕਰੋੜਾਂ ਰੁਪਈਆ ਤੁਸੀਂ ਚੱਕ ਕੇ ਦੇਖ ਲਓ, ਜ਼ਿਆਦਾ ਨਹੀਂ, 6 ਮਹੀਨੇ ਦੀ ਡਿਟੇਲ ਹਰੇਕ ਸਟੇਟ ਸਰਕਾਰ ਦੀ ਤੇ ਸੈਂਟਰ ਸਰਕਾਰ ਦੀ ਚੱਕ ਕੇ ਦੇਖ ਲਓ, ਕਰੋੜਾਂ ਰੁਪਈਆ ਉਹਨਾਂ ਨੇ ਐਡਵਰਟਾਈਜ਼ਮੈਂਟ 'ਤੇ ਲਾਤਿਆ। ਮਤਲਬ ਕਈ ਤਾਂ ਐਸਾ ਹਾਲਾਤ ਨੇ ਕਿ ਪੰਜਾਬ ਦੀ ਐਡ ਹਰਿਆਣੇ ਚੱਲ ਰਹੀ ਹੈ, ਹਰਿਆਣੇ ਦੀ ਐਡ UP ਚੱਲ ਰਹੀ ਹੈ, UP ਦੀ ਐਡ ਦਿੱਲੀ ਚੱਲ ਰਹੀ ਹੈ, ਦਿੱਲੀ ਦੀ ਐਡ ਹਰਿਆਣੇ ਚੱਲ ਰਹੀ ਹੈ। ਮਤਲਬ ਬੇਤੁਕਾ ਕੰਮ, ਜਿੱਥੇ ਲੋੜ ਹੀ ਨਹੀਂ, ਸਿਰਫ ਆਪਣੇ ਆਪ ਨੂੰ ਪੋਲੀਟੀਕਲੀ ਐਸਟੈਬਲਿਸ਼ ਕਰਨ ਵਾਸਤੇ ਪੋਲੀਟੀਕਲ ਪਾਰਟੀਆਂ ਹਰੇਕ ਸਟੇਟ ਦੀਆਂ ਆਪਣੀ ਬੇਤੁਕੀਆਂ ਤੇ ਜਿਹਨੂੰ ਨਜਾਇਜ਼ ਐਡਸ, ਜਿਹਨੂੰ ਆਪਾਂ ਕਹੂੰਗੇ ਨਜਾਇਜ਼ ਖਰਚਾ ਟੈਕਸ ਪੇਅਰ ਦਾ ਉੱਥੇ ਕਰੋੜਾਂ ਰੁਪਏ ਦਾ ਕਰ ਰਹੀਆਂ ਨੇ, ਤੇ ਕਰਦੀਆਂ ਵੀ ਰਹੀਆਂ ਨੇ, ਪਹਿਲਾਂ ਵੀ ਹੁੰਦਾ ਰਿਹਾ ਇਹ। ਪਰ ਜੇ ਕਿਤੇ ਉਹ ਸਰਕਾਰਾਂ ਸੈਂਸਿਟਿਵ ਹੁੰਦੀਆਂ, ਜਿਵੇਂ ਮੈਨੂੰ ਤੁਹਾਨੂੰ ਬੰਬੇ ਦਾ ਉਦਾਹਰਨ ਦਿੰਦਾ ਹੈ, ਮੁੰਬਈ ਦੀ ਸੁਪਰੀਮ ਕੋਰਟ ਨੇ ਉਦਾਹਰਨ ਦਿੱਤਾ ਮੁੰਬਈ ਦਾ ਕਿ ਆਕਸੀਜਨ ਦੀ ਘਾਟ ਮੁੰਬਈ 'ਚ ਕਿਉਂ ਨਹੀਂ ਹੈਗੀ। ਉਹਨਾਂ ਨੇ ਕੀ ਕੀਤਾ, ਜਦੋਂ ਅਲਾਰਮਿੰਗ ਪੋਜੀਸ਼ਨ ਦਸੰਬਰ 'ਚ ਸ਼ੁਰੂ ਹੋ ਗਈ ਤਾਂ ਉੱਥੇ BMC ਨੇ ਆਕਸੀਜਨ ਪਲਾਂਟ ਲਾਣੇ ਸ਼ੁਰੂ ਕਰਤੇ। PSA ਪਲਾਂਟ ਹੁੰਦਾ ਇੱਕ, ਤੇ ਉਹਦੀ ਕਾਸਟਿੰਗ ਜਿਹੜੀ 33 ਲੱਖ ਤੋਂ 50 ਲੱਖ ਦੀ ਇੱਕ ਪਲਾਂਟ ਦੀ ਕਾਸਟ ਹੁੰਦੀ ਹੈ, ਤੇ ਆਲਮੋਸਟ 250 ਬੰਦਾ ਉਸ 'ਚ ਆਕਸੀਜਨ ਹਰ ਰੋਜ਼ ਉਹਨਾਂ ਨੂੰ ਮਿਲ ਸਕਦੀ, ਤੇ 40 ਬੰਦੇ ਨੂੰ ਵੈਂਟੀਲੇਟਰ। ਤੇ ਜੇ 50 ਕਰੋੜ ਵੀ ਹਰੇਕ ਸਟੇਟ ਗਵਰਨਮੈਂਟ ਆਪਣੇ ਡਿਸਟ੍ਰਿਕਟ ਵਾਈਜ਼ 100 ਪਲਾਂਟ ਵੀ ਐਸਟੈਬਲਿਸ਼ ਕਰਦੀ ਤਾਂ 25,000 ਬੰਦੇ ਨੂੰ ਰੋਜ਼ ਆਕਸੀਜਨ ਪ੍ਰੋਵਾਈਡ ਹੋ ਸਕਦੀ ਸੀਗੀ, ਤੇ 400 ਬੰਦੇ ਨੂੰ ਵੈਂਟੀਲੇਟਰ ਦੀ ਫੈਸਿਲਿਟੀ ਪ੍ਰੋਵਾਈਡ ਹੋ ਸਕਦੀ ਸੀਗੀ। ਤਾਂ ਮੇਰੇ ਹਿਸਾਬ ਨਾਲ ਆਕਸੀਜਨ ਤੋਂ ਕੋਈ ਨਾ ਮਰਦਾ, ਜਿਵੇਂ ਬੰਬੇ 'ਚ ਹੋਇਆ। ਸੁਪਰੀਮ ਕੋਰਟ ਨੇ ਕਿਹਾ ਕਿ ਬੰਬੇ ਉਲਟਾ ਆਕਸੀਜਨ ਸਪਲਾਈ ਕਰ ਰਿਹਾ ਪੂਰੇ ਦੇਸ਼ ਨੂੰ। ਅੱਜ ਤੱਕ ਮਹਾਰਾਸ਼ਟਰ ਨੇ ਇਹ ਨਹੀਂ ਕਿਹਾ ਕਿ ਸਾਨੂੰ ਆਕਸੀਜਨ ਦੀ ਕਮੀ ਹੈ, ਸਾਨੂੰ ਆਕਸੀਜਨ ਦੇ ਦਿਓ, ਪਰ ਉਹ ਸਪਲਾਈ ਕਰ ਰਿਹਾ ਹੈ ਪੂਰੇ ਦੇਸ਼ ਨੂੰ, ਜੋ ਸੁਪਰੀਮ ਕੋਰਟ ਨੇ ਕਿਹਾ। ਸੋ ਜੇ ਇਹੀ ਸਰਕਾਰਾਂ ਆਪਣੀਆਂ 3-3, 4-4, 5-5, 600 ਕਰੋੜ ਦੇ ਐਡ ਦੇ ਪਰਸਨਲ ਪਬਲਿਸਿਟੀ ਦੇ ਬਜਟ ਨੂੰ ਘੱਟ ਕਰਕੇ 50-50 ਕਰੋੜ ਵੀ ਆਪਣੇ ਸੂਬਿਆਂ 'ਚ ਲਾ ਦਿੰਦੀਆਂ, ਕਿਉਂਕਿ ਇਸ ਪਲਾਂਟ ਨੂੰ ਲਾਉਣ ਨੂੰ ਵੀ ਸਿਰਫ ਹਫ਼ਤੇ ਤੋਂ 1.5 ਹਫ਼ਤਾ ਲੱਗਦਾ, ਜ਼ਿਆਦਾ ਟਾਈਮ ਨਹੀਂ ਲੱਗਦਾ। ਵੀ ਜੇ 2 ਹਫ਼ਤੇ ਵੀ ਲਾ ਲਓ ਤੁਸੀਂ, ਜੇ 2 ਹਫ਼ਤੇ ਵੀ ਲੱਗ ਜਾਂਦਾ ਪਲਾਂਟ, ਕਿੱਥੇ ਦਸੰਬਰ ਹੈ ਤੇ ਕਿੱਥੇ ਮਈ ਆਇਆ ਖੜਾ ਹੈ।
ਤੇ ਹੁਣ ਜ਼ਰੂਰ ਕੁਝ ਸਰਕਾਰਾਂ ਉਹ ਪਲਾਂਟ ਐਸਟੈਬਲਿਸ਼ ਕਰਨ ਲੱਗੀਆਂ ਹੋਈਆਂ, ਪਰ ਹੁਣ ਬਹੁਤ ਲੇਟ ਹੋ ਗਿਆ ਤੇ ਹਜੇ ਵੀ ਜੇ ਪ੍ਰੋਪਰ ਤਰੀਕੇ ਨਾਲ ਕਰ ਦੇਣ ਤਾਂ ਹੋਰ ਜਾਨਾਂ ਬਚ ਸਕਦੀਆਂ। ਅਦਰਵਾਈਜ਼ ਆਕਸੀਜਨ ਦੀ ਘਾਟ ਨਾਲ ਇੱਕ ਮੌਤ ਲਈ ਜ਼ਿੰਮੇਵਾਰ ਉਸ ਸਟੇਟ ਦਾ ਚੀਫ ਮਿਨਿਸਟਰ ਤੇ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਬਿਲਕੁਲ, ਤੇ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਤਾਂ ਵੀ ਬਣਦੀ ਹੈ ਵੀ ਜਿੰਨਾ ਵੀ ਉਹਨਾਂ ਕੋਲ ਫੰਡ ਦੇ ਵਿੱਚ ਪੈਸਾ ਆਉਂਦਾ ਉਹ ਆਮ ਲੋਕਾਂ ਦਾ ਹੀ ਹੁੰਦਾ ਹੈ। ਜਿਹੜਾ ਸਰਕਾਰੀ ਤੰਤਰ ਨੂੰ ਚਲਾਉਂਦਾ ਹੈ ਉਹ ਵੀ ਲੋਕਾਂ ਦੇ ਟੈਕਸਾਂ ਨਾਲ ਦਿੱਤਾ ਹੋਇਆ ਪੈਸਾ। ਇਸ ਕਰਕੇ ਅਸੀਂ ਕਿਹਾ ਵੀ ਗਰੀਬ ਜਾਂ ਫਿਰ ਮਿਡਲ ਕਲਾਸ, ਕਿਉਂ ਸਭ ਤੋਂ ਜ਼ਿਆਦਾ ਟੈਕਸ ਪੇਅਰ ਹੀ ਉਹ ਨੇ। ਉਹ ਵਿਚਾਰੇ 5 ਸਾਲ ਬਾਅਦ ਦੇਖਦੇ ਨੇ ਸ਼ਾਇਦ ਟੈਕਸ ਸਲੈਬ ਚੇਂਜ ਹੋ ਜੇ, ਸਾਨੂੰ ਫਾਇਦਾ ਮਿਲ ਜੇ, ਪਰ ਜਿਹੜੇ ਦੂਜੇ ਧਨਾੜ ਹੁੰਦੇ ਨੇ ਉਹਨਾਂ ਨੂੰ ਲੱਖਾਂ ਕਰੋੜਾਂ ਰੁਪਏ ਤੁਸੀਂ NPA ਉਹਨਾਂ ਦਾ ਮਾਫ ਕਰ ਦਿੰਦੇ ਹੋ। ਦੇਖੋ ਇਹ ਗੱਲ ਤਾਂ ਸਹੀ ਹੈ। ਮੈਂ ਤਾਂ ਇਹ ਕਹੂੰਗਾ ਕਿ ਮਿਡਲ ਕਲਾਸ ਤੇ ਜਿਹੜਾ ਗਰੀਬ ਤਬਕਾ ਹੈਗਾ, ਲੋਅਰ ਕਲਾਸ ਹੈ, ਉਹ ਤਾਂ ਵਿਚਾਰਾ ਟੈਕਸ ਥੱਲੇ ਦਬ ਕੇ ਵੈਸੇ ਹੀ ਕੁਚਲਿਆ ਹੋਇਆ ਹੈ। ਉਹ ਤਾਂ ਹੈਂਡ ਟੂ ਮਾਊਥ ਹੋਇਆ ਪਿਆ। ਉਹਦਾ ਇੱਕ ਤੁਹਾਨੂੰ ਛੋਟਾ ਜਿਹਾ ਉਦਾਹਰਨ ਦਿੰਦਾ। ਅੱਜ ਨਿਰਮਲਾ ਸੀਤਾਰਮਣ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਹੈ, ਉਹਨਾਂ ਦੀ ਇੱਕ ਸਟੇਟਮੈਂਟ ਮੈਂ ਅਖਬਾਰ 'ਚ ਸੁਣੀ। ਆਈ ਐਮ ਰੀਅਲੀ ਸਰਪ੍ਰਾਈਜ਼ ਕਿ ਇਹ ਹਾਲਾਤ ਵੀ ਨੇ ਸਾਡੇ ਦੇਸ਼ ਦੇ। ਇੰਨਾ ਬੁਰਾ ਹਾਲ ਸਾਡੇ ਦੇਸ਼ ਦੀ ਸਰਕਾਰ ਦਾ ਹੋ ਚੁੱਕਿਆ ਹੈ, ਜਿਹਨੂੰ ਕਹਿੰਦੇ ਖੂਨ ਦੀ ਜਿਹੜੀ ਜੋਕ ਹੁੰਦੀ ਨਾ, ਖੂਨ ਚੂਸਣ ਵਾਲੀ, ਇਹ ਤਾਂ ਖੂਨ ਪੀਣ ਵਾਲੀਆਂ ਜੋਕਾਂ ਬਣ ਕੇ ਰਹਿ ਗਈਆਂ ਨੇ। ਕੋਵਿਡ ਸ਼ੀਲਡ ਤੇ ਜਿਹੜੀ ਸਟੇਟ ਗਵਰਨਮੈਂਟਸ ਨੂੰ ਦਵਾਈ ਸਪਲਾਈ ਹੋਣੀ ਹੈ, ਪਹਿਲਾਂ ਤਾਂ 150 ਰੁਪਏ ਸੈਂਟਰ ਦਾ ਰੇਟ ਆ, 400-600 ਸਟੇਟ ਗਵਰਨਮੈਂਟ ਦਾ। ਜਿਹੜੀ ਕੋਵਿਡ ਸ਼ੀਲਡ ਵੀ ਮਤਲਬ ਸਪਲਾਈ ਹੋਣੀ ਹੈ, ਉਹ ਤੇ 5% GST ਹੈ। ਮਤਲਬ ਸਾਡੀ ਲਾਈਫ ਸੇਵਿੰਗ ਡਰੱਗ ਜਿਹੜੀ ਬਾਰ-ਬਾਰ ਸਰਕਾਰ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਕਹਿ ਰਹੀ ਹੈ ਵੀ ਤੁਸੀਂ ਰਜਿਸਟਰ ਕਰਾਓ ਔਰ ਲਵਾਓ, ਉਹਦੇ ਉੱਪਰ ਸਰਕਾਰ ਟੈਕਸ ਵਸੂਲ ਕਰ ਰਹੀ ਸਾਡੇ ਤੋਂ। ਫਿਰ ਜਿਹੜੇ ਲਾਈਫ ਸੇਵਿੰਗ ਇਕਵਿਪਮੈਂਟਸ ਹੈਗੇ ਨੇ, ਆਕਸੀਜਨ ਮਸ਼ੀਨਸ ਹੋ ਗਈਆਂ, ਆਪਣਾ ਹੋਰ ਵੈਂਟੀਲੇਟਰਸ ਹੋ ਗਏ, ਜਿੰਨੇ ਵੀ ਇੰਪੋਰਟ ਹੋ ਰਹੇ ਨੇ, ਮੋਸਟਲੀ ਚਾਈਨਾ ਤੋਂ ਮਾਲ ਆਉਂਦਾ ਹੈ, ਉਹਨਾਂ 'ਤੇ 9 ਤੇ 10% ਕਸਟਮ ਡਿਊਟੀ ਤੇ 12% GST। ਮਤਲਬ ਸਪੋਜ਼ ਮੇਰੀ ਰਿਕੁਆਇਰਮੈਂਟ ਹੈਗੀ ਹੈ, ਮੇਰੇ ਕੋਲ 40,000 ਰੁਪਏ ਜੇਬ 'ਚ ਹੈਗਾ ਤੇ ਵੈਂਟੀਲੇਟਰ ਜਾਂ ਆਕਸੀਜਨ ਮਸ਼ੀਨ ਜਿਹੜੀ ਸਪੋਜ਼ ਕਰੋ 45,000 ਦੀ, ਚਲੋ 5,000 ਮੈਂ ਜੁਗਾੜ ਕਰ ਲੂੰਗਾ, ਪਰ ਜਿਹੜਾ ਉੱਪਰ 8-9 ਹਜ਼ਾਰ ਦਾ ਟੈਕਸ ਕਸਟਮ ਪਲੱਸ GST ਉਹ ਮੈਨੂੰ ਲੱਗਦਾ ਬੇਅਰ ਕਰਨਾ ਪਏਗਾ। ਸੋ ਇਹ ਮੈਂ ਤਾਂ ਇਹ ਕਹੂੰਗਾ ਕਿ ਸਰਕਾਰ ਨੂੰ ਫੋਰ ਦਾ ਟਾਈਮ ਬਿੰਗ ਟੈਂਪਰੇਰੀ ਬੇਸ 'ਤੇ ਕਸਟਮ ਡਿਊਟੀ ਤੇ 12% GST ਜਿਹੜਾ ਇਹ ਵਿਡਰਾਅ ਕਰ ਲੈਣਾ ਚਾਹੀਦਾ ਜਦ ਤੱਕ ਕੋਵਿਡ ਚੱਲ ਰਿਹਾ ਹੈ, ਤਾਂ ਕਿ ਲੋਕਾਂ ਨੂੰ ਘੱਟ ਰੇਟ ਤੇ, ਕਿਉਂਕਿ ਦੇਖੋ ਸਰਕਾਰ ਕਾਲਾ ਬਾਜ਼ਾਰੀ ਨੂੰ ਰੋਕਣ ਵਾਸਤੇ ਰੇਡਾਂ ਕਰ ਰਹੀ ਹੈ। ਮੈਂ ਤਾਂ ਇਹਨੂੰ ਵੀ ਕਾਲਾ ਬਾਜ਼ਾਰੀ ਕਹੂੰਗਾ। ਇਹ ਸਰਕਾਰ ਦੀ ਕਾਲਾ ਬਾਜ਼ਾਰੀ ਹੈ। ਸਰਕਾਰ ਲੋਕਾਂ ਤੋਂ 22-23% ਜਿਹੜੇ ਇੰਪੋਰਟ ਹੁੰਦੀਆਂ ਚੀਜ਼ਾਂ, ਉਹਨਾਂ ਤੇ 22-23% ਟੈਕਸ ਲੈ ਕੇ ਇਹ ਵੀ ਇੱਕ ਲੋਕਾਂ ਨਾਲ ਧੋਖਾ ਤੇ ਕਾਲਾ ਬਾਜ਼ਾਰੀ ਕਰ ਰਹੀ ਹੈ। ਇੱਕ ਮੈਂ ਹੋਰ ਛੋਟੀ ਜਿਹੀ ਗੱਲ ਜ਼ਰੂਰ ਰਿਕੁਐਸਟ ਕਰੂੰਗਾ ਸਰਕਾਰ ਨੂੰ, ਇੱਕ ਸੁਜੈਸ਼ਨ ਹੋਏਗੀ ਬੇਸਿਕਲੀ। ਦੇਖੋ ਹੁਣ ਕਾਲਾ ਬਾਜ਼ਾਰੀ 'ਚ ਕਈ ਆਕਸੀਜਨ ਸਿਲੰਡਰ ਤੇ ਕਈ ਹੋਰ ਇਕਵਿਪਮੈਂਟ ਫੜੇ ਜਾ ਰਹੇ ਹੈ। ਅਕਸਰ ਸਿਸਟਮ ਹੁੰਦਾ ਕਿ ਜਦ ਪੁਲਿਸ ਉਹਨਾਂ ਨੂੰ ਫੜਦੀ ਹੈ, ਜ਼ਬਤ ਕਰਦੀ ਹੈ, ਜ਼ਬਤ ਕਰਕੇ ਉਹਨਾਂ ਨੂੰ ਮਾਲਖਾਨੇ ਰੱਖਿਆ ਜਾਂਦਾ ਐਜ਼ ਏ ਕੇਸ ਪ੍ਰੋਪਰਟੀ, ਵੀ ਉਹ ਕੇਸ ਪ੍ਰੋਪਰਟੀ ਨੇ ਜਾਂ ਕੇਸ ਚੱਲੇਗਾ, ਕੱਲ੍ਹ ਨੂੰ ਉਹ ਪ੍ਰੋਡਿਊਸ ਕਰਨੇ ਪੈਣਗੇ ਕੋਰਟ 'ਚ। ਮੇਰੀ ਸਰਕਾਰ ਨੂੰ, ਸਟੇਟ ਗਵਰਨਮੈਂਟਸ ਤੇ ਲੈ ਕੇ ਸੈਂਟਰ ਨੂੰ ਬੇਨਤੀ ਹੈ ਕਿ ਕੋਈ ਇੱਕ ਐਸੀ ਨੋਟੀਫਿਕੇਸ਼ਨ ਕੱਢਣ ਇਸ ਟਾਈਮ ਤੇ, ਜਾਂ ਸੁਪਰੀਮ ਕੋਰਟ ਇਹਦਾ ਸੂਓ ਮੋਟੋ ਲਵੇ ਕਿ ਐਸੀ ਨੋਟੀਫਿਕੇਸ਼ਨ ਕੱਢਣ ਕਿ ਜਿਹੜਾ ਮਾਲਖਾਨੇ 'ਚ ਮਾਲ ਪਿਆ ਹੈ, ਕੋਈ ਕੰਸਰਨਡ DC ਜਾਂ CMO ਉਹਨਾਂ ਨੂੰ ਪੁੱਛਣ, ਉਹਨਾਂ ਨੂੰ ਕਹਿਣ ਭਾਈ ਸਾਡੇ ਕੋਲ ਆਹ 800 ਸਿਲੰਡਰ ਪਿਆ ਉਰੇ, ਜਾਂ ਸਾਡੇ ਕੋਲ 400 ਆਕਸੀਜਨ ਮਸ਼ੀਨਾਂ ਅਸੀਂ ਜ਼ਬਤ ਕੀਤੀਆਂ ਹੋਈਆਂ, ਸਾਡੀ ਮਾਲਖਾਨੇ ਦੀ ਪ੍ਰਾਪਰਟੀ ਹੈ, ਇਹ ਕੇਸ ਪ੍ਰਾਪਰਟੀ ਹੈ, ਅਸੀਂ ਇਹਨੂੰ ਦੇ ਨਹੀਂ ਸਕਦੇ ਕਿਸੇ ਨੂੰ, ਕਿਉਂਕਿ ਸਾਨੂੰ ਇਹ ਐਜ਼ ਏ ਐਵੀਡੈਂਸ ਲਿਆਉਣਾ ਪੈਣਾ। ਪਰ ਤੁਸੀਂ ਸਾਨੂੰ ਕੋਈ ਸਰਟੀਫਿਕੇਟ ਇਸ਼ੂ ਕਰ ਦਿਓ ਵੀ ਅਸੀਂ ਤੁਹਾਡੇ ਤੋਂ 200 ਮਸ਼ੀਨਾਂ ਚੱਕੀਆਂ ਮਾਲਖਾਨੇ ਤੋਂ, ਤੇ ਲੋਕਾਂ ਦੇ ਯੂਜ਼ 'ਚ ਲਿਆ ਕੇ ਬਾਅਦ ਸਾਨੂੰ ਜੇ ਟੁੱਟਣ ਫੁੱਟਣ ਜੋ ਮਰਜ਼ੀ ਹੋਣ, ਐਜ਼ ਏ ਕੇਸ ਪ੍ਰੋਪਰਟੀ ਸਾਨੂੰ ਮੋੜਨੀਆਂ ਜ਼ਰੂਰ ਪੈਣਗੀਆਂ। ਕਿਉਂਕਿ ਇਹਦੇ ਨਾਲ ਕੀ ਹੋ ਰਿਹਾ, ਜੇ ਅੱਜ ਸਾਡੀ 1 ਲੱਖ ਦੀ ਰਿਕੁਆਇਰਮੈਂਟ ਹੈ, ਜੇ ਸਾਡਾ 20,000 ਦਾ ਸਮਾਨ ਵੀ 20,000 ਸਮਾਨ ਵੀ ਐਂ ਪੁਲਿਸ ਸਟੇਸ਼ਨਾਂ 'ਚ ਮਾਲਖਾਨਿਆਂ 'ਚ ਬੰਦ ਰਿਹਾ, ਤਾਂ ਸਾਡਾ ਤਾਂ ਨੁਕਸਾਨ ਹੋ ਗਿਆ। ਉਹਨੇ ਲੋਕਾਂ ਨੂੰ ਜਿਹੜਾ ਫੈਸਿਲਿਟੀ ਉਹੀ ਪ੍ਰੋਵਾਈਡ ਕਰਨੀ ਸੀ ਉਹ ਘਟ ਗਈ। ਅਸੀਂ ਰੇਡ ਕਰਕੇ ਫੜ ਤਾਂ ਲਿਆ, ਪਰ ਉਹ ਮਾਲ ਆਪਾਂ ਡੰਪ ਕਰ ਲਿਆ, ਉਹ ਕਿਤੇ ਯੂਜ਼ ਨਹੀਂ, ਯੂਟੀਲਾਈਜ਼ ਨਹੀਂ ਹੋਇਆ। ਤਾਂ ਉਹਨੂੰ ਯੂਟੀਲਾਈਜ਼ ਦੀ ਇੱਕ ਪਾਲਿਸੀ ਜਿਹੜੀ ਹੈ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ, ਵੀ ਤਾਂ ਕਿ ਘੱਟੋ ਘੱਟ ਉਹ ਲੋਕਾਂ ਦੇ ਕੰਮ ਆ ਸਕੇ ਅੱਜ ਦੀ ਘੜੀ 'ਚ ਜਿਹੜਾ ਸਮਾਨ ਨਹੀਂ ਮਿਲ ਰਿਹਾ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਐਡਵੋਕੇਟ ਸਤਬੀਰ ਸਿੰਘ ਵਾਲੀਆ ਜੀ। ਬੜੀਆਂ ਚੰਗੀਆਂ ਗੱਲਾਂ ਕੀਤੀਆਂ ਨੇ। ਸ਼ਾਇਦ ਕਈ ਸਿਆਸਤਦਾਨਾਂ ਨੂੰ ਮਿਰਚਾਂ ਵੀ ਲੱਗਣ, ਪਰ ਲੱਗਣੀਆਂ ਵੀ ਇਸ ਵੇਲੇ ਲਾਜ਼ਮੀ ਨਹੀਂ। ਲੇਕਿਨ ਇਹ ਖਬਰ ਖਾਸ ਤੌਰ 'ਤੇ ਉਹਨਾਂ ਆਮ ਲੋਕਾਂ ਦੇ ਲਈ ਹੈ, ਉਹਨਾਂ ਗਰੀਬਾਂ ਦੇ ਲਈ, ਮਿਡਲ ਕਲਾਸ ਲੋਕਾਂ ਦੇ ਲਈ ਹੈ, ਤੇ ਫੌਜੀਆਂ ਦੇ ਲਈ ਖਾਸ ਕਰਕੇ। ਸਿਰਫ ਖਬਰ ਨਹੀਂ, ਇਹ ਸਲਾਮ ਹੈ ਉਹਨਾਂ ਨੂੰ। ਉਹ ਗਰੀਬ ਲੋਕ, ਉਹ ਆਮ ਲੋਕ ਜੋ ਦੇਸ਼ ਦੇ ਲਈ ਲੜਦੇ ਵੀ ਨੇ, ਦੇਸ਼ ਲਈ ਖੜ੍ਹਦੇ ਵੀ ਨੇ ਤੇ ਦੇਸ਼ ਲਈ ਮਰਦੇ ਵੀ ਨੇ। ਉਹਨਾਂ ਅਮੀਰ ਧਨਾੜ ਲੋਕਾਂ ਵਰਗੇ ਨਹੀਂ ਜੋ ਮੌਕਾ ਦੇਖ ਕੇ ਉਹ ਦੇਸ਼ ਛੱਡ ਕੇ ਭੱਜ ਜਾਂਦੇ ਨੇ। ਉਮੀਦ ਹੈ ਕਿ ਮਰੀਆਂ ਜ਼ਮੀਰਾਂ ਵਾਲੇ ਜੇ ਇਹ ਖਬਰ ਦੇਖ ਰਹੇ ਹੋਣ, ਮੇਰਾ ਕਹਿਣ ਦਾ ਭਾਵ ਹੈ ਕੁਝ ਉਹ ਅਮੀਰ ਲੋਕ ਜੋ ਭੱਜ ਚੁੱਕੇ ਨੇ, ਤਾਂ ਵਾਪਸ ਇਸ ਦੇਸ਼ ਬਾਰੇ ਸੋਚਣ ਕਿ ਇੱਥੋਂ ਹੀ ਉਹ ਬਣੇ ਨੇ, ਕਿਤੋਂ ਅਸਮਾਨੋਂ ਪੈਸਾ ਨਹੀਂ ਡਿੱਗਿਆ। ਇਹਨਾਂ ਲੋਕਾਂ ਦਾ ਹੀ ਤੁਸੀਂ ਖਾਇਆ ਹੈ, ਇਹਨਾਂ ਲੋਕਾਂ ਤੋਂ ਹੀ ਤੁਸੀਂ ਕਮਾਇਆ ਹੈ। ਤੇ ਜਿੰਨੇ ਵੀ ਆਮ ਲੋਕ ਇਹ ਵੀਡੀਓ ਦੇਖ ਰਹੇ ਨੇ,
ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ, ਕਿਉਂਕਿ ਇਹ ਖਬਰ ਹੈ ਹੀ ਤੁਹਾਡੇ ਲਈ, ਤੁਹਾਨੂੰ ਸਲਾਮ ਕਰਦੀ ਇਹ ਖਬਰ ਹੈ, ਤੁਹਾਡੇ ਜਜ਼ਬੇ ਨੂੰ ਸਲਾਮ ਕਰਦੀ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।